हाँ जी, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪ ਸਭ ਦਾ ਫਿਰ ਤੋਂ ਸਵਾਗਤ ਹੈ MST ਦੀ ਇੱਕ ਹੋਰ ਨਵੀਂ ਵੀਡੀਓ 'ਚ। ਜਿਸ ਤਰ੍ਹਾਂ ਤੁਸੀਂ ਦੇਖਿਆ ਸੀ ਲਾਸਟ ਸੰਡੇ ਅਸੀਂ ਕੈਨੇਡਾ ਦੇ ਟੂਰਿਸਟ ਵੀਜ਼ੇ ਬਾਰੇ ਵੀਡੀਓ ਪਾਈ ਸੀ, ਜਿਸ ਵੀਡੀਓ ਨੂੰ ਤੁਸੀਂ ਲੋਕਾਂ ਨੇ ਬਹੁਤ ਪਿਆਰ ਦਿੱਤਾ ਤੇ ਬਹੁਤ ਸਰਾਹਨਾ ਕੀਤੀ ਸਾਡੇ ਐਫਰਟਸ ਦੀ। ਉਸ ਕਰਕੇ ਅਸੀਂ ਦੂਜਾ ਐਫਰਟਸ ਕਰ ਰਹੇ ਹਾਂ ਕਿ ਤੁਸੀਂ ਕੈਨੇਡਾ ਦੇ ਅੰਦਰ PR ਕਿਸ ਤਰ੍ਹਾਂ ਲੈ ਸਕਦੇ ਹੋ ਔਰ ਕਿੰਨੀ ਤਰ੍ਹਾਂ ਦੀ ਤੁਹਾਡੀ PR ਹੁੰਦੀ ਹੈ ਕਿ ਤੁਹਾਨੂੰ ਕਿਸੇ ਏਜੰਟ ਕੋਲੋਂ ਜਾਣ ਤੋਂ ਪਹਿਲਾਂ ਅਗਰ ਤੁਸੀਂ ਕਿਸੇ ਏਜੰਟ ਕੋਲੇ ਜਾਣਾ ਚਾਹੁੰਦੇ ਹੋ, वैसे तो तुसी आप अप्लाई कर सकते हो, PR बहुत ईजिली है। तो मैं इस एपीसोड के अंदर एक कैनेडा की वैबसाइट जो PR की है खोल के तुहानू हर पॉइंट में एक्सप्लेन करांगे कि तुसी आप भी कर सको, तुहानू किसी एजेंट की जरूरत ना पवे। किन्ने तरह की PR है और किस तरह तुसी अप्लाई कर सकते हो, अप्रोक्सीमेट ਉਹਦੇ ਵਿੱਚ ਤੁਹਾਡਾ ਕਿੰਨਾ ਖਰਚਾ ਹੈ ਤੇ ਕਿੰਨਾ ਟਾਈਮ ਲੱਗਦਾ ਹੈ ਜੇ ਉਹ ਤੁਹਾਨੂੰ ਹਰ ਚੀਜ਼ ਮੈਂ ਇਸ ਵੀਡੀਓ 'ਚ ਐਕਸਪਲੇਨ ਕਰਾਂਗਾ। ਇੱਕ ਹੋਰ ਆਪ ਜੀ ਨੂੰ ਰਿਕੁਐਸਟ ਹੈ, ਜਿਹੜੇ ਵੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੈ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ और अपने फ्रेंड्स नाल शेयर करो। दूजी गल, अपना एक फेसबुक पेज भी है और इंस्टाग्राम पेज भी है। कोई भी ट्रैवल रिलेटेड तुहाडा कोई क्वेश्चन है तुसीं मैनूं फेसबुक या इंस्टाग्राम के उपर मैसेज कर सकते हो, सो दैट मैं तुहानूं अर्ली टू अर्ली रिप्लाई करांगा। उहदे विच टोटल कैनेडा के अंदर 3 तरह की PR होंदी है। पहली होंदी है एक्सप्रैस एंट्री जो पॉइंट बेस्ड सिस्टम होंदी है, दूसरी होंदी है स्पाउस PR, तीसरी होंदी है PNP। इन्हां तिन्नां PR बारे अज मेरे नाल फिर कमल मैडम ने ज्वाइन किया है। ये तुहानूं पूरा तरीके नाल एक्सप्लेन करांगे। असीं कोशिश करांगे कि हर तिन्नां PR बारे तुहानूं इक्को एपीसोड दे विच असीं हर पूरी जानकारी दे दित्ती जावे। अगर एपीसोड लंबा होया तो फिर इहदा असीं पार्ट 2 भी बनावांगे। अगे तुहानूं कमल मैम समझाणगे भी किहड़ी PR किद्दां तुसीं लै सकदे हो। कमल मैम प्लीज़। सत श्री अकाल जी, मैं कमलप्रीत। अज मैं तुहानूं PR ਦੇ ਬਾਰੇ ਦੱਸਣ ਜਾ ਰਹੀ ਹਾਂ। ਜਿਵੇਂ ਕਿ ਸਰ ਨੇ ਪਹਿਲਾਂ ਹੀ ਦੱਸਿਆ ਕਿ PR ਹੈ ਜਿਹੜੀ ਉਹ 3 ਤਰ੍ਹਾਂ ਦੀ ਹੁੰਦੀ ਹੈ। ਇੱਕ ਐਕਸਪ੍ਰੈਸ ਐਂਟਰੀ, ਇੱਕ ਹੈ PNP ਔਰ ਇੱਕ ਹੈ ਜੇ ਅਗਰ ਤੁਹਾਡਾ ਜਿਹੜਾ ਸਪਾਊਸ ਹੈ ਉਹ PR ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਅੱਜ ਐਕਸਪਲੇਨ ਕਰਾਂਗੇ ਜੀ ਐਕਸਪ੍ਰੈਸ ਐਂਟਰੀ ਦੇ ਜਿਹੜੇ ਪੁਆਇੰਟ ਸਿਸਟਮ ਬਾਰੇ ਕਿ CRS ਸਕੋਰ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਕਿਵੇਂ ਕੈਲਕੂਲੇਟ ਕਰ ਸਕਦੇ ਹਾਂ ਅਸੀਂ। ਆਓ ਮੈਂ ਤੁਹਾਨੂੰ ਇਹਦੀ ਆਥੈਂਟਿਕ ਵੈਬਸਾਈਟ 'ਤੇ ਲੈ ਚੱਲਦੀ ਹਾਂ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਇਸ ਬਾਰੇ ਥੋੜ੍ਹਾ ਜਿਹਾ ਗਿਆਨ ਤਾਂ ਹੋਏਗਾ ਹੀ। ਸੋ CRS ਸਕੋਰ ਕਿੱਦਾਂ ਕੈਲਕੂਲੇਟ ਕਰ ਸਕਦੇ ਹੋ ਤੁਸੀਂ, ਮੈਂ ਤੁਹਾਨੂੰ ਇਹਦੇ ਬਾਰੇ ਕੁਝ ਜਾਣਕਾਰੀ ਦਵਾਂਗੀ ਹੁਣ। ਸੋ CRS ਹੁੰਦਾ ਕੀ ਹੈ? CRS ਹੁੰਦਾ ਜੀ ਕੰਪਰੀਹੈਂਸਿਵ ਰੈਂਕਿੰਗ ਸਿਸਟਮ। ਤੁਸੀਂ ਇਹਦਾ ਲਿੰਕ ਸਾਡੇ ਨੀਚੇ ਇਸ ਕੈਪਸ਼ਨ 'ਚ ਵੀ ਦੇਖ ਪਾਓਗੇ, ਡਿਸਕ੍ਰਿਪਸ਼ਨ 'ਚ। ਫਸਟ ਆਫ ਆਲ ਜਿਹੜਾ ਫਸਟ ਕਾਲਮ ਤੁਸੀਂ ਫਿਲ ਕਰਨਾ ਹੈ CRS ਦੇ ਵਿੱਚ ਉਹ ਆ ਜਾਂਦਾ ਤੁਹਾਡਾ ਕੋਲ ਮੈਰਿਟਲ ਸਟੇਟਸ। ਤੁਸੀਂ ਆਪਣਾ ਮੈਰਿਟਲ ਸਟੇਟਸ ਮੈਂਸ਼ਨ ਕਰਨਾ। ਅਗਰ ਤੁਸੀਂ ਮੈਰਿਡ ਹੋ, ਅਨਮੈਰਿਡ ਹੋ ਜਾਂ ਡਾਈਵੋਰਸੀ ਹੋ ਜਾਂ ਫਿਰ ਲੀਗਲੀ ਸੈਪਰੇਟਡ ਹੋ, ਉਹ ਤੁਹਾਡੇ ਕੋਲ ਸਾਰੇ ਆਪਸ਼ਨਸ ਨੀਚੇ ਖੁੱਲ੍ਹ ਜਾਂਦੇ ਨੇ। ਤੁਸੀਂ ਉਹਦੇ ਵਿੱਚੋਂ ਇੱਕ ਸਿਲੈਕਟ ਕਰ ਸਕਦੇ ਹੋ। ਲੈਟਸ ਸੀ ਮੈਂ ਨੈਵਰ ਮੈਰਿਡ ਔਰ ਸਿੰਗਲ ਸਿਲੈਕਟ ਕਰ ਲਿਆ। ਨੈਕਸਟ ਤੁਹਾਡੇ ਕੋਲ ਆ ਜਾਂਦਾ ਹਾਊ ਓਲਡ ਆਰ ਯੂ। ਇਹਦੇ ਵਿੱਚ ਤੁਸੀਂ ਆਪਣੀ ਏਜ ਮੈਂਸ਼ਨ ਕਰਨੀ ਹੈ। ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹਾਂਗੀ ਕਿ ਅਗਰ ਕਿਸੇ ਦੀ ਏਜ ਹੈ ਜਿਹੜੀ ਉਹ ਜ਼ਿਆਦਾ ਹੈ ਤਾਂ ਉਹਨੂੰ ਘੱਟ ਪੁਆਇੰਟਸ ਮਿਲਣਗੇ, ਅਗਰ ਕਿਸੇ ਦੀ ਏਜ ਘੱਟ ਹੈ ਤਾਂ ਉਸਨੂੰ ਜ਼ਿਆਦਾ ਪੁਆਇੰਟਸ ਮਿਲਣਗੇ। ਬਟ ਇਹਦਾ ਮਤਲਬ ਬਿਲਕੁਲ ਵੀ ਨਹੀਂ ਹੈ ਕਿ ਅਗਰ ਤੁਸੀਂ ਸੋਚੋ ਕਿ ਮੇਰੀ 20 ਸਾਲ ਦੀ ਏਜ ਹੈ ਤਾਂ ਮੈਨੂੰ ਜ਼ਿਆਦਾ ਪੁਆਇੰਟਸ ਮਿਲ ਗਏ ਤਾਂ ਮੈਨੂੰ ਸ਼ਾਇਦ ਬਟ ਉਹਦੇ ਵਿੱਚ ਤੁਹਾਨੂੰ ਕੀ ਹੋਏਗਾ ਕਿ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਹੋਏਗਾ, ਜਿਸ ਕਰਕੇ ਤੁਸੀਂ ਫਿਰ ਤੋਂ ਤੁਹਾਡਾ ਜਿਹੜਾ CRS ਸਕੋਰ ਹੈ ਉਹ ਫਾਲ ਕਰ ਜਾਏਗਾ। ਸੋ ਇਹਦੇ ਵਿੱਚ ਮੈਂ ਏਜ ਫਿਲ ਕਰਤੀ 26। ਸੋ ਇਹਦੇ ਤੁਹਾਨੂੰ ਪੁਆਇੰਟਸ ਮਿਲਣਗੇ। ਨੈਕਸਟ ਤੁਹਾਡੇ ਕੋਲ ਜਿਹੜਾ ਕਾਲਮ ਓਪਨ ਹੋ ਜਾਂਦਾ ਹੈ ਉਹ ਹੋ ਜਾਂਦਾ ਤੁਹਾਡਾ ਲੈਵਲ ਆਫ ਐਜੂਕੇਸ਼ਨ ਦਾ। ਉਹ ਤੁਹਾਨੂੰ ਪੁੱਛਦਾ ਹੈ ਕਿ ਐਂਟਰ ਦਾ ਹਾਈਐਸਟ ਲੈਵਲ ਆਫ ਐਜੂਕੇਸ਼ਨ ਫॉर ਵਿਚ ਯੂ ਅਰਨਡ ਅ ਕੈਨੇਡੀਅਨ ਡਿਗਰੀ, ਡਿਪਲੋਮਾ ਔਰ ਸਰਟੀਫਿਕੇਟ। ਤਾਂ ਤੁਸੀਂ ਆਪਣੀ ਹਾਇਰ ਐਜੂਕੇਸ਼ਨ ਦੱਸਣੀ ਹੈ। ਹਾਇਰ ਐਜੂਕੇਸ਼ਨ ਮੀਨਸ ਜਿਹੜੀ ਤੁਸੀਂ ਲਾਸਟ ਐਜੂਕੇਸ਼ਨ ਕੀਤੀ ਹੈ ਉਹ ਤੁਸੀਂ ਇੱਥੇ ਫਿਲ ਕਰ ਸਕਦੇ ਹੋ। ਤੁਸੀਂ ਤੁਹਾਡੇ ਕੋਲ ਆਪਸ਼ਨਸ ਦੇ ਵਿੱਚ ਕੀ ਖੁੱਲ੍ਹ ਕੇ ਆਉਂਦਾ ਉਹ ਹੈ ਕਿ ਨਨ ਔਰ ਲੈਸ ਦੈਨ ਸੈਕੰਡਰੀ 1 ਈਅਰ ਪ੍ਰੋਗਰਾਮ ਲਿਆ ਤੁਸੀਂ ਜਾਂ 2 ਈਅਰ ਪ੍ਰੋਗਰਾਮ ਕੀਤਾ ਜਾਂ ਫਿਰ ਤੁਸੀਂ ਬੈਚਲਰਸ ਜਾਂ ਮਾਸਟਰਸ। ਤੁਹਾਨੂੰ ਡਾਕਟਰੇਟ ਡਿਗਰੀ ਦੇ ਸਭ ਤੋਂ ਜ਼ਿਆਦਾ ਪੁਆਇੰਟਸ ਮਿਲਣਗੇ ਇਸ ਦੇ ਵਿੱਚ। ਤਾਂ ਮੈਂ ਇੱਥੇ ਮਾਸਟਰਸ ਚੂਜ਼ ਕਰ ਲੈਂਦੀ ਹਾਂ। ਨੈਕਸਟ ਤੁਹਾਡੇ ਕੋਲ ਉਹਦੇ ਅੰਦਰ ਇੱਕ ਹੋਰ ਆਪਸ਼ਨ ਆ ਜਾਂਦੀ ਹੈ ਜਿਹਦੇ ਵਿੱਚ ਲਿਖਿਆ ਉਹਨੇ ਹੁੰਦਾ ਕਿ ਹੈਵ ਯੂ ਅਰਨਡ ਏ ਕੈਨੇਡੀਅਨ ਡਿਗਰੀ, ਡਿਪਲੋਮਾ ਔਰ ਸਰਟੀਫਿਕੇਟ। ਇਹ ਧਿਆਨ ਨਾਲ ਦੇਖਣ ਵਾਲੀ ਚੀਜ਼ ਹੈ ਕਿ ਉਹਨਾਂ ਨੇ ਤੁਹਾਨੂੰ ਪੁੱਛਿਆ, ਸਪੈਸੀਫਾਈ ਕੀਤਾ ਹੈ ਕਿ ਤੁਸੀਂ ਕੈਨੇਡੀਅਨ ਡਿਗਰੀ ਜਾਂ ਡਿਪਲੋਮਾ ਤਾਂ ਨਹੀਂ ਕੋਈ ਕੀਤਾ। ਇਹ ਉਹਨਾਂ ਬੱਚਿਆਂ ਵਾਸਤੇ ਆਪਸ਼ਨ ਬੇਸਿਕਲੀ ਜਿਹੜੇ ਬੱਚੇ ਆਲਰੇਡੀ ਕੈਨੇਡਾ ਦੇ ਵਿੱਚ ਪੜ੍ਹ ਰਹੇ ਨੇ ਤੇ ਉਸ ਤੋਂ ਬਾਅਦ ਉਹ ਆਪਣੀ PR ਅਪਲਾਈ ਕਰਨਾ ਚਾਹੁੰਦੇ ਨੇ। बेसिकली ਜਿਹੜਾ ਇਹ ਐਕਸਪ੍ਰੈਸ ਐਂਟਰੀ ਹੈ ਇਹ ਖਾਲੀ ਇੰਡੀਅਨ ਲਈ ਨਹੀਂ ਹੈਗੀ ਹੈ। ਜਿਹੜੇ ਲੋਕ ਕੈਨੇਡਾ ਦੇ ਅੰਦਰ ਸਟੱਡੀ ਵੀ ਕਰ ਰਹੇ ਨੇ ਇਹ ਉਹ ਵੀ ਲੈ ਸਕਦੇ ਆ। ਇਹ ਆਪਸ਼ਨ ਇਸ ਇਹਦੇ ਵਿੱਚ ਜਿਹੜਾ ਤੁਸੀਂ ਇਹ ਤੁਹਾਨੂੰ ਮੈਮ ਐਕਸਪਲੇਨ ਕਰ ਰਹੇ ਹੈ
ਇਹਦੇ ਵਿੱਚ ਤੁਹਾਨੂੰ ਸਾਰੀਆਂ ਆਪਸ਼ਨਸ ਆ ਜਾਂਦੀਆਂ ਅਗਰ ਤੁਸੀਂ ਕੈਨੇਡਾ ਦੇ ਵਿੱਚ ਲੀਵ ਕਰ ਰਹੇ ਹੋ ਬਟ ਤੁਹਾਡੇ ਕੋਲ ਪੀਆਰ ਨਹੀਂ ਹੈਗੀ ਹੈ। ਬਟ ਇਸ ਐਕਸਪ੍ਰੈਸ ਐਂਟਰੀ ਦੇ ਥਰੂ ਤੁਸੀਂ ਉੱਥੇ ਬੈਠ ਕੇ ਵੀ ਪੀਆਰ ਲੈ ਸਕਦੇ ਹੋ। ਅਗਰ ਤੁਸੀਂ ਇੰਡੀਆ 'ਚ ਬੈਠੇ ਹੋ ਉਸ ਤਰੀਕੇ ਵੀ ਲੈ ਸਕਦੇ ਹੋ। ਪਲੀਜ਼ ਮੈਮ। ਸ਼ੋਰ। ਸੋ ਇਹਦੇ ਵਿੱਚ ਸਾਡੇ ਕੋਲ ਯੈਸ ਜਾਂ ਨੋ ਕਰਨਾ ਹੁੰਦਾ। ਤੁਸੀਂ ਅਗਰ ਕੈਨੇਡੀਅਨ ਡਿਗਰੀ ਜਾਂ ਡਿਪਲੋਮਾ ਹੋਲਡਰ ਹੈਗੇ ਹੋ ਤਾਂ ਤੁਸੀਂ ਉੱਥੇ ਯੈਸ ਕਰ ਦੋਗੇ, ਅਦਰਵਾਈਜ਼ ਤੁਸੀਂ ਨੋ ਸਿਲੈਕਟ ਕਰ ਦੋਗੇ। ਸੋ ਜਿਵੇਂ ਕਿ ਮੈਂ ਇਹ ਵੀਡੀਓ ਬਣਾ ਰਹੀ ਹਾਂ ਜਿਹੜੀ ਉਹ ਫੋਰਨਰਸ ਲਈ ਬਣਾ ਰਹੀ ਹਾਂ, ਜਿਵੇਂ ਕਿ ਕੈਨੇਡਾ ਦੇ ਲਈ ਅਸੀਂ ਫੋਰਨਰਸ ਹਾਂ, ਤਾਂ ਮੈਂ ਉੱਥੇ ਨੋ ਕਰਤਾ। ਦੈਨ ਆਫੀਸ਼ੀਅਲ ਲੈਂਗੁਏਜਸ ਤੁਸੀਂ ਦੇਖਣੀਆਂ ਨੇ। ਕੈਨੇਡਾਜ਼ ਆਫੀਸ਼ੀਅਲ ਲੈਂਗੁਏਜਸ ਆਰ ਇੰਗਲਿਸ਼ ਐਂਡ ਫ੍ਰੈਂਚ। ਦੋ ਹੀ ਲੈਂਗੁਏਜਸ ਨੇ ਜਿਹੜੀਆਂ ਉਹ ਕੈਨੇਡਾ ਦੀਆਂ ਆਫੀਸ਼ੀਅਲ ਨੇ, ਇੱਕ ਇੰਗਲਿਸ਼ ਹੈ ਔਰ ਇੱਕ ਫ੍ਰੈਂਚ ਹੈ। ਤੁਸੀਂ ਅਗਰ ਉਹਦਾ ਕੋਈ ਟੈਸਟ ਦਿੱਤਾ ਤਾਂ ਉਹਨੇ ਕੁਐਸਚਨ ਪੁੱਛਿਆ ਆਰ ਯੋਰ ਟੈਸਟ ਰਿਜ਼ਲਟਸ ਲੈਸ ਦੈਨ 2 years old। ਅਗਰ ਤੁਹਾਡੇ ਜਿਹੜੇ ਟੈਸਟ ਨੇ ਉਹ 2 ਸਾਲ ਪੁਰਾਣੇ ਆ ਜਾਂ ਨਹੀਂ ਆ, ਤੁਸੀਂ ਉਹਦੇ ਅਕੋਰਡਿੰਗ ਯੈਸ ਜਾਂ ਨੋ ਦੇ ਵਿੱਚ ਆਨਸਰ ਦੇਣਾ ਹੈ। ਤਾਂ ਮੈਂ ਇੱਥੇ ਯੈਸ ਕਰ ਦਿੰਦੀ ਹਾਂ ਬਿਕਾਜ਼ 2 ਸਾਲ ਤੱਕ ਅਗਰ ਵੈਲਿਡ ਨਹੀਂ ਹਨ ਤਾਂ ਤੁਸੀਂ ਕਿਤੇ ਵੀ ਅਪਲਾਈ ਨਹੀਂ ਕਰ ਸਕਦੇ। ਸੋ ਨੈਕਸਟ ਉਹ ਪੁੱਛਦਾ ਕਿ ਕਿਹੜਾ ਲੈਂਗੁਏਜ ਟੈਸਟ ਹੈ ਜਿਹੜਾ ਤੁਸੀਂ ਦਿੱਤਾ ਸੀ। ਸੋ ਸੈਲਪਿਪ, ਆਇਲਸ। ਸੈਲਪਿਪ ਤੇ ਆਇਲਸ ਨੇ ਜਿਹੜੇ ਉਹ ਇੰਗਲਿਸ਼ ਦੇ ਟੈਸਟ ਨੇ। TEF ਔਰ TCF ਜਿਹੜੇ ਨੇ ਉਹ ਫ੍ਰੈਂਚ ਦੇ ਟੈਸਟ ਨੇ। ਸੋ ਅਗਰ ਤੁਸੀਂ ਆਇਲਸ ਕੀਤੀ ਹੈ ਤਾਂ ਤੁਸੀਂ ਆਇਲਸ ਦੇ ਉੱਤੇ ਚੂਜ਼ ਕਰ ਲੈਣਾ। ਹਾਂਜੀ। ਸੋ ਨੈਕਸਟ ਉਹ ਤੁਹਾਨੂੰ ਪੁੱਛਦਾ ਕਿ ਤੁਸੀਂ ਆਪਣੇ ਟੈਸਟ ਸਕੋਰਸ ਐਂਟਰ ਕਰਨੇ ਆ। ਜਿਵੇਂ ਕਿ ਸਾਨੂੰ ਇੱਕ ਚੀਜ਼ ਹਰ ਕੋਈ ਏਜੰਟ ਦੱਸਦਾ ਹੈ ਕਿ ਜਿਹੜਾ ਤੁਹਾਡਾ ਟੈਸਟ ਸਕੋਰ ਆ ਮਿਨੀਮਮ ਹੋਣਾ ਚਾਹੀਦਾ 8777। ਸੋ ਇਹ 8777 ਦਾ ਹੀ ਇੱਕ ਫੰਡਾ ਇੱਥੇ ਮੈਂ ਕਲੀਅਰ ਕਰਨਾ ਚਾਹੂੰਗੀ ਕਿ ਸਪੀਕਿੰਗ ਦੇ ਵਿੱਚੋਂ ਤੁਸੀਂ 7 ਲੈਣੇ ਆ, ਲਿਸਨਿੰਗ 'ਚੋਂ ਤੁਸੀਂ 8 ਲੈਣੇ ਆ ਔਰ ਰੀਡਿੰਗ ਦੇ ਵਿੱਚੋਂ ਮਿਨੀਮਮ ਸਕੋਰ ਹੈ ਜਿਹੜਾ ਤੁਹਾਡਾ 7 ਹੋਣਾ ਚਾਹੀਦਾ ਹੈ ਔਰ ਰਾਈਟਿੰਗ ਦੇ ਵਿੱਚੋਂ ਵੀ ਤੁਹਾਨੂੰ 7 ਸਕੋਰ ਕਰਨਾ ਪਏਗਾ। 8777 ਅਗਰ ਤੁਸੀਂ ਨਹੀਂ ਲਏ ਤਾਂ ਤੁਸੀਂ ਐਲੀਜੀਬਲ ਨਹੀਂ ਹੋ ਕਿ ਤੁਸੀਂ ਪੀਆਰ ਦੇ ਕਿਸੇ ਪ੍ਰੋਗਰਾਮ ਦੇ ਲਈ ਅਪਲਾਈ ਕਰ ਸਕੋ। ਆਈ ਮੀਨ ਟੂ ਸੇ ਐਕਸਪ੍ਰੈਸ ਐਂਟਰੀ ਲਈ ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤੁਹਾਨੂੰ 8777 ਦਾ ਮਿਨੀਮਮ ਨੇ। ਬਟ ਅਗਰ ਤੁਹਾਡੇ ਹਾਇਰ ਆ ਜਾਂਦੇ ਨੇ ਤਾਂ ਤੁਸੀਂ ਉਹ ਬਾਕੀ ਦਾ ਜਿਹੜਾ ਕ੍ਰਾਈਟੇਰੀਆ ਹੈ CRS ਸਕੋਰ ਦੇ ਵਿੱਚ ਉਹਦੇ ਵਿੱਚ ਤੁਸੀਂ ਆਪਣੇ ਨੰਬਰ ਵਧਾ ਸਕਦੇ ਹੋ, ਕਿਉਂਕਿ ਐਜੂਕੇਸ਼ਨ ਦੇ ਵਿੱਚ ਤੁਸੀਂ ਵਧਾ ਨਹੀਂ ਸਕਦੇ। ਜਿੰਨੇ ਨੰਬਰ ਆ ਗਏ ਹੋਗੇ ਉਨਾ ਹੀ CRS ਸਕੋਰ ਰਹੇਗਾ। ਨਾ ਹੀ ਤੁਸੀਂ ਆਪਣੀ ਏਜ ਦੇ ਵਿੱਚ ਕੁਝ ਕਰ ਸਕਦੇ ਹੋ, ਨਾ ਹੀ ਤੁਸੀਂ ਆਪਣੀ ਐਜੂਕੇਸ਼ਨ ਦੇ ਵਿੱਚ ਕੁਝ ਕਰ ਸਕਦੇ ਹੋ। ਤੁਸੀਂ ਸਿਰਫ ਤੇ ਸਿਰਫ ਅਗਰ ਕੁਝ ਚੇਂਜ ਲਿਆ ਸਕਦੇ ਹੋ ਤੁਹਾਡਾ ਆਇਲਸ ਦਾ ਸਕੋਰ ਹੀ ਹੈ। ਨੈਕਸਟ ਆ ਗਿਆ ਤੁਹਾਡੇ ਕੋਲੇ ਡੂ ਯੂ ਹੈਵ ਅਦਰ ਲੈਂਗੁਏਜ ਰਿਜ਼ਲਟਸ। ਹੁਣ ਇਹ ਉਹਨੇ ਇਸ ਲਈ ਪੁੱਛਿਆ ਕਿਉਂਕਿ ਕਈ ਲੋਕ ਆਇਲਸ ਵੀ ਕਰ ਲੈਂਦੇ ਨੇ ਔਰ ਫ੍ਰੈਂਚ ਦਾ ਵੀ ਕੋਈ ਟੈਸਟ ਕਲੀਅਰ ਕਰ ਲੈਂਦੇ ਨੇ। ਸੋ ਉਹਦੇ ਵਿੱਚ ਫਿਰ ਤੋਂ ਉਹਨੇ ਪੁੱਛਿਆ ਤਾਂ ਤੁਸੀਂ TEF ਜਾਂ TCF ਦੇ ਵਿੱਚ ਅਗਰ ਕੁਝ ਕੀਤਾ ਹੈ ਤਾਂ ਤੁਸੀਂ ਉਹ ਦੱਸ ਸਕਦੇ ਹੋ। ਅਗਰ ਨਹੀਂ ਦੋਵਾਂ ਵਿੱਚੋਂ ਕੋਈ ਵੀ ਟੈਸਟ ਤੁਸੀਂ ਨਹੀਂ ਦਿੱਤਾ ਤਾਂ ਤੁਸੀਂ ਨਾਟ ਐਪਲੀਕੇਬਲ ਚੂਜ਼ ਕਰੋਗੇ। ਨੈਕਸਟ ਜਿਹੜਾ 6th ਚੀਜ਼ ਤੁਹਾਡੇ ਕੋਲੇ ਆ ਜਾਂਦੀ ਹੈ ਉਹ ਹੋ ਜਾਂਦਾ ਜੀ ਤੁਹਾਡਾ ਵਰਕ ਐਕਸਪੀਰੀਅੰਸ। ਹੁਣ ਵਰਕ ਐਕਸਪੀਰੀਅੰਸ ਇਨ ਦ ਲਾਸਟ 10 years ਹਾਊ ਮੈਨੀ years ਆਫ ਸਕਿਲਡ ਵਰਕ ਐਕਸਪੀਰੀਅੰਸ ਇਨ ਕੈਨੇਡਾ ਡੂ ਯੂ ਹੈਵ। ਇਸ ਚੀਜ਼ ਤੇ ਇੱਕ ਧਿਆਨ ਦੇਣ ਵਾਲੀ ਚੀਜ਼ ਇਹ ਹੈ ਕਿ ਤੁਸੀਂ ਦੇਖਣਾ ਹੈ ਕਿ ਜਿਹੜਾ ਕੁਐਸਚਨ ਹੈ ਉਹਦੇ ਵਿੱਚ ਉਹਨੇ ਪੁੱਛਿਆ ਹੈ ਕਿ ਕੈਨੇਡਾ ਦੇ ਵਿੱਚ ਤੁਸੀਂ ਕੰਮ ਕੀਤਾ ਹੈ, ਰਾਈਟ। ਸੋ ਇਹਦੇ ਵਿੱਚ ਤੁਹਾਡੇ ਕੋਲੇ ਕੈਨੇਡਾ ਦੇ ਵਿੱਚ ਅਗਰ ਤੁਸੀਂ ਜੌਬ ਕੀਤੀ ਹੈ ਤਾਂ ਤੁਸੀਂ ਚੂਜ਼ ਕਰੋਗੇ ਇਹਨਾਂ ਆਪਸ਼ਨਸ ਦੇ ਵਿੱਚੋਂ none or less than a year, 1 year, 2 years, 5 years or more ਤੱਕ ਹੈ। ਬਟ ਅਗਰ ਤੁਸੀਂ ਨਹੀਂ ਕੀਤਾ ਤਾਂ ਤੁਸੀਂ none or less than a year ਚੂਜ਼ ਕਰੋਗੇ ਬਿਕਾਜ਼ ਤੁਸੀਂ ਆਲਰੇਡੀ ਇੰਡੀਆ 'ਚ ਬੈਠੇ ਹੋ ਔਰ ਤੁਸੀਂ ਇੰਡੀਆ ਤੋਂ ਹੀ ਅਪਲਾਈ ਕਰ ਰਹੇ ਹੋ ਆਪਣੀ ਐਕਸਪ੍ਰੈਸ ਐਂਟਰੀ। ਨੈਕਸਟ ਤੁਹਾਡੇ ਕੋਲ ਆਪਸ਼ਨ ਆ ਜਾਂਦਾ ਹੈ ਇਨ ਦ ਲਾਸਟ 10 years ਹਾਊ ਮੈਨੀ ਟੋਟਲ years of foreign skilled work experience do you have। ਹੁਣ ਸਾਡੇ ਕੋਲੇ ਸਾਰਿਆਂ ਕੋਲੇ foreign skilled work experience ਹੋਏਗਾ। ਸੋ ਦੈਟ ਮੀਨਸ ਅਸੀਂ ਇਹਦੇ ਵਿੱਚ ਆਪਣਾ ਐਕਸਪੀਰੀਅੰਸ ਐਂਟਰ ਕਰਾਂਗੇ। ਅਗਰ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੈ ਜਾਂ 2 ਸਾਲ ਦਾ ਐਕਸਪੀਰੀਅੰਸ ਹੈ ਉਹਦੇ ਪੁਆਇੰਟਸ ਅਲੱਗ-ਅਲੱਗ ਹੋਣਗੇ। ਬਟ 3 ਸਾਲ ਜਾਂ 3 ਸਾਲ ਤੋਂ ਜ਼ਿਆਦਾ ਵਾਲਿਆਂ ਦਾ ਸੇਮ ਹੀ ਰਹੇਗਾ। ਚਾਹੇ ਤੁਸੀਂ 8 ਸਾਲ ਜੌਬ ਕੀਤੀ ਹੋਵੇ, ਚਾਹੇ ਤੁਹਾਡੇ ਫਰੈਂਡ ਨੇ 3 ਸਾਲ ਜੌਬ ਕੀਤੀ ਹੋਵੇ, ਤੁਹਾਨੂੰ ਉਹਦੇ ਸੇਮ ਸਕੋਰ ਮਿਲੇਗਾ CRS 'ਚੋਂ। ਬਾਕੀ ਵੀ ਚੀਜ਼ ਦਾ ਧਿਆਨ ਰੱਖੋ ਤੁਸੀਂ ਜਿੰਨੇ ਸਾਲ ਦਾ ਐਕਸਪੀਰੀਅੰਸ ਦਿਓਗੇ ਉਨੇ ਸਾਲ ਦਾ ਸਰਟੀਫਿਕੇਟ ਨਾਲ ਲੱਗੇਗਾ ਜੋ ਤੁਹਾਡੀ ਫਾਈਲ ਐਮਬੈਸੀ 'ਚ ਜਾਏਗੀ। ਇਸ ਲਈ ਕੋਈ ਵੀ ਚੀਜ਼ ਫੇਕ ਕਰਨ ਦੀ ਕੋਸ਼ਿਸ਼ ਨਾ ਕਰਨਾ ਕਿਉਂਕਿ ਜੋ ਤੁਸੀਂ ਫਾਈਲ ਭੇਜੋਗੇ ਤੇ ਉਹ ਪੇਪਰ ਨਹੀਂ ਲੱਗੇ ਹੋਣਗੇ ਤੁਹਾਡੀ ਰਿਫਿਊਜ਼ਲ ਆ ਜਾਏਗੀ ਤੁਰੰਤ ਜੀ। ਸੋ ਨੈਕਸਟ ਉਹ ਪੁੱਛਦਾ ਹੈ ਕਿ ਡੂ ਯੂ ਹੈਵ ਅ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਫਰੋਮ ਅ ਕੈਨੇਡੀਅਨ ਪ੍ਰੋਵਿੰਸ, ਟੈਰੀਟਰੀ ਔਰ ਫੈਡਰਲ ਬਾਡੀ। ਅਗਰ ਤੁਹਾਡੇ ਕੋਲੇ ਕੋਈ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਕਿਸੇ ਚੀਜ਼ ਦਾ ਕੁਆਲੀਫਿਕੇਸ਼ਨ ਦਾ ਤੁਹਾਡੇ ਕੋਲੇ ਸਰਟੀਫਿਕੇਟ ਤੁਹਾਨੂੰ ਕੈਨੇਡੀਅਨ ਗਵਰਨਮੈਂਟ ਨੇ ਪ੍ਰੋਵਾਈਡ ਕੀਤਾ ਤਾਂ ਤੁਸੀਂ ਉਹ ਦੱਸ ਸਕਦੇ ਹੋ। ਅਗਰ ਤੁਹਾਡੇ ਕੋਲੇ ਹੈ ਤਾਂ ਤੁਸੀਂ ਯੈਸ ਕਰੋਗੇ, ਨਹੀਂ ਤਾਂ ਤੁਸੀਂ ਨੋ ਚੂਜ਼ ਕਰ ਲੋਗੇ। ਐਜ਼ ਇਫ ਮੈਂ ਨੋ ਚੂਜ਼ ਕਰ ਲੈਂਦੀ ਹਾਂ ਬਿਕਾਜ਼ ਮੋਸਟ ਆਫ ਦ ਟਾਈਮ ਸਾਡੇ ਕੋਲੇ ਨਹੀਂ ਹੁੰਦਾ ਇੱਦਾਂ ਦਾ ਕੁਝ ਐਡੀਸ਼ਨਲ ਪੁਆਇੰਟਸ। ਸੋ ਡੂ ਯੂ ਹੈਵ a valid job offer supported by a
ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ, ਜਿਹਨੂੰ ਅਸੀਂ LMIA ਕਹਿ ਦਿੰਦੇ ਹਾਂ। ਅਕਸਰ LMI ਦੇ ਵਿੱਚ LMIA ਜਿਹੜੀ ਹੈ ਉਹ ਪ੍ਰੋਵਿੰਸ ਦੇ ਵਿੱਚ, ਜਿਹੜੀ ਵੀ ਪ੍ਰੋਵਿੰਸ ਤੁਸੀਂ ਜਾਂਦੇ ਹੋ ਉੱਥੇ ਕੋਈ LMIA ਪ੍ਰੋਵਾਈਡ ਕਰ ਦਿੰਦਾ ਤੁਹਾਨੂੰ, ਤਾਂ ਤੁਸੀਂ ਉੱਥੋਂ ਯੈਸ ਜਾਂ ਨੋ, ਅਗਰ ਤੁਹਾਡੇ ਕੋਲੇ ਹੈ ਤਾਂ ਤੁਸੀਂ ਯੈਸ ਕਰ ਦਿੰਦੇ ਹੋ, ਅਗਰ ਨਹੀਂ ਹੈ ਤਾਂ ਤੁਸੀਂ ਨੋ। ਸੋ LMIA ਹੁੰਦੀ ਕੀ ਹੈ ਜੀ? LMIA ਹੁੰਦੀ ਹੈ ਇੱਕ ਵੈਲਿਡ ਜੌਬ ਆਫਰ ਹੁੰਦੀ ਹੈ ਜਿਹੜੀ ਤੁਹਾਨੂੰ ਇੱਕ ਐਮਪਲੋਇਰ ਪ੍ਰੋਵਾਈਡ ਕਰਦਾ ਹੈ, ਔਰ ਉਹ ਤੁਸੀਂ LMIA ਇੱਕ ਤੁਸੀਂ ਕਹਿ ਸਕਦੇ ਹੋ ਕਿ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਤੁਹਾਨੂੰ ਵਰਕ ਕਰਨ ਦੀ ਇੱਕ ਅਥਾਰਟੀ ਦੇ ਦਿੰਦੀ ਹੈ ਕਿ ਤੁਸੀਂ ਕੈਨੇਡਾ ਦੇ ਵਿੱਚ ਇੱਕ ਤੁਹਾਨੂੰ ਜੌਬ ਨਿਕਲੀ ਹੈ ਜਿਹਦੇ ਕਰਕੇ ਤੁਹਾਨੂੰ ਉੱਥੇ ਬੁਲਾਇਆ ਜਾ ਰਿਹਾ ਹੈ। ਸੋ ਦਿਸ ਇਜ਼ ਵਾਟ LMIA ਇਜ਼। ਤਾਂ ਤੁਸੀਂ ਉੱਥੇ ਨੋ ਜਾਂ ਯੈਸ ਚੋਂ ਕੁਝ ਵੀ ਚੂਜ਼ ਕਰ ਸਕਦੇ ਹੋ। ਨੈਕਸਟ ਤੁਹਾਡੇ ਕੋਲੇ ਆ ਜਾਂਦਾ ਹੈ ਨੋਮੀਨੇਸ਼ਨ ਸਰਟੀਫਿਕੇਟ ਫਰੋਮ ਅ ਪ੍ਰੋਵਿੰਸ ਔਰ ਟੈਰੀਟਰੀ। ਅਗਰ ਤੁਹਾਨੂੰ ਕਿਸੇ ਪ੍ਰੋਵਿੰਸ ਨੇ ਜਾਂ ਟੈਰੀਟਰੀ ਨੇ ਨੋਮੀਨੇਟ ਕੀਤਾ ਆਉਣ ਵਾਸਤੇ ਤਾਂ ਤੁਸੀਂ ਉਹ ਵੀ ਇਹਦੇ ਵਿੱਚ ਚੂਜ਼ ਕਰ ਸਕਦੇ ਹੋ। ਤੁਹਾਡੇ ਕੋਲੇ ਦੋ ਆਪਸ਼ਨਸ ਹੈ, ਯੈਸ ਜਾਂ ਨੋ। ਅਗਰ ਤੁਹਾਨੂੰ ਉਹਨੇ ਕੀਤਾ ਹੈ, ਤੁਹਾਨੂੰ ਨੋਮੀਨੇਸ਼ਨ ਸਰਟੀਫਿਕੇਟ ਭੇਜਿਆ ਗਿਆ ਕੈਨੇਡਾ ਦੀ ਕਿਸੇ ਪ੍ਰੋਵਿੰਸ ਵੱਲੋਂ, ਤਾਂ ਤੁਸੀਂ ਉੱਥੇ ਯੈਸ ਕਰ ਸਕਦੇ ਹੋ, ਅਦਰਵਾਈਜ਼ ਤੁਸੀਂ ਨੋ ਚੂਜ਼ ਕਰ ਸਕਦੇ ਹੋ। ਹਾਂਜੀ, ਨੈਕਸਟ ਤੁਹਾਡੇ ਕੋਲੇ ਜਿਹੜਾ ਕਾਲਮ ਆ ਜਾਂਦਾ ਉਹ ਹੈ ਡੂ ਯੂ ਔਰ ਯੋਰ ਸਪਾਊਸ ਔਰ ਕਾਮਨ ਲਾਅ ਪਾਰਟਨਰ have at least one brother or sister living in Canada who is a citizen or permanent resident। ਤਾਂ ਇਹਦੇ ਵਿੱਚ ਕੀ ਹੈ ਕਿ ਅਗਰ ਤੁਹਾਡਾ ਜਿਹੜਾ ਫੈਮਿਲੀ ਮੈਂਬਰ ਕੋਈ ਉੱਥੇ ਕੈਨੇਡਾ ਦੇ ਵਿੱਚ ਰਹਿੰਦਾ ਹੈ ਜਾਂ ਫਿਰ ਤੁਹਾਡੇ ਸਪਾਊਸ ਦਾ ਜਾਂ ਪਾਰਟਨਰ ਦਾ ਕੋਈ ਫੈਮਿਲੀ ਮੈਂਬਰ ਉੱਥੇ ਰਹਿੰਦਾ ਹੈ, ਉਹਦੀ ਤੁਸੀਂ ਇਹਦੇ ਵਿੱਚ ਆਪਸ਼ਨ ਦੱਸ ਸਕਦੇ ਹੋ ਕਿ ਹਾਂਜੀ ਮੇਰਾ ਕੋਈ ਰਹਿੰਦਾ ਹੈ ਜਾਂ ਨਹੀਂ ਰਹਿੰਦਾ, ਉਹਦੇ ਨਾਲ ਤੁਹਾਡਾ ਬਲੱਡ ਰਿਲੇਸ਼ਨ ਹੈ ਜਾਂ ਕਿੱਦਾਂ, ਉਹ ਤੁਸੀਂ ਪ੍ਰੂਫ ਦੇ ਕੇ ਯੈਸ ਜਾਂ ਨੋ ਸਿਲੈਕਟ ਕਰ ਸਕਦੇ ਹੋ। ਸੋ ਇੱਥੇ ਮੈਂ ਅਗਰ ਯੈਸ ਕਰਦਾ ਜਾਂ ਮੈਂ ਨੋ ਕਰਦਾ, ਸੋ ਅਗਰ ਮੈਂ ਨੋ ਕਰਦਾ ਤਾਂ ਨੀਚੇ ਸਭ ਤੋਂ ਆ ਜਾਂਦਾ ਕੈਲਕੂਲੇਟ ਯੋਰ ਸਕੋਰ। ਹੁਣ ਤੁਸੀਂ ਆਪਣਾ ਸਕੋਰ ਚੈੱਕ ਕਰ ਸਕਦੇ ਹੋ ਕਿ ਮੇਰਾ ਸਕੋਰ ਕਿੰਨਾ ਬਣਿਆ। ਹਾਂਜੀ, ਜਿਵੇਂ ਆਪਾਂ ਆਪਣਾ ਸਕੋਰ ਕੈਲਕੂਲੇਟ ਕਰ ਚੁੱਕੇ ਹਾਂ। ਸੋ ਇਹਦੇ ਵਿੱਚ ਇਹਦੇ all express entry candidates get a score out of 1200। ਤਾਂ ਜਿਹੜਾ ਟੋਟਲ ਗ੍ਰਾਂਟ ਜਿਹਨੂੰ ਅਸੀਂ ਕਹਿੰਦੇ ਆ ਉਹ ਹੈ CRS ਸਕੋਰ 1200 ਦੇ ਵਿੱਚੋਂ ਕੈਲਕੂਲੇਟ ਕਰਨਾ ਹੁੰਦਾ ਹੈ, ਤੇ ਜਿੰਨਾ ਤੁਸੀਂ ਆਬਟੇਨ ਕੀਤਾ ਉਹ ਤੁਹਾਡਾ ਬਿਲਕੁਲ ਐਂਡ ਤੇ ਸ਼ੋ ਹੋਏਗਾ ਨੀਚੇ ਗ੍ਰਾਂਡ ਟੋਟਲ ਕਰਕੇ। ਸੋ ਤੁਹਾਡਾ ਜਿਹੜਾ ਸਕੋਰ ਹੈ ਦੈਟ ਇਜ਼ 469। ਜਿੰਨੇ ਵੀ ਆਪਾਂ ਉਹਦੇ ਵਿੱਚ ਆਪਣੀ ਇਨਫੋਰਮੇਸ਼ਨ ਪਾਈ ਸੀ ਉਹਦੇ ਅਕੋਰਡਿੰਗਲੀ ਤੁਹਾਡਾ ਜਿਹੜਾ ਗ੍ਰਾਂਡ ਟੋਟਲ ਹੈ ਉਹ 469 ਆ ਰਿਹਾ ਹੈ। ਸੋ ਅਗਰ ਤੁਸੀਂ ਸੋਚ ਰਹੇ ਹੋ ਕਿ 469 ਤੁਹਾਡਾ ਪੁਆਇੰਟ ਬਣ ਰਹੇ ਨੇ, ਅਗਰ ਤੁਸੀਂ ਸੋਚ ਰਹੇ ਹੋ ਕਿ ਮੈਂ PR ਅਪਲਾਈ ਕਰ ਦਵਾਂ 469 ਦੇ ਨਾਲ, ਤਾਂ ਬਿਲਕੁਲ ਤੁਸੀਂ ਅਪਲਾਈ ਕਰ ਸਕਦੇ ਹੋ। ਅਗਰ ਤੁਹਾਡੀ 428 ਹੈ ਜਾਂ 428 ਤੋਂ ਜ਼ਿਆਦਾ ਹੈ, ਤੁਸੀਂ ਆਪਣੀ ਫਾਈਲ ਹੈ ਜਿਹੜੀ ਉਹ ਐਕਸਪ੍ਰੈਸ ਐਂਟਰੀ ਦੀ ਪੂਲ ਦੇ ਵਿੱਚ ਪਾ ਸਕਦੇ ਹੋ। ਔਰ ਇਹਦੇ ਜਿਹੜੇ ਡਰਾਜ਼ ਨੇ, ਜਿਹੜੇ ਇਨਵੀਟੇਸ਼ਨਸ ਨੇ, ਉਹ ਟਾਈਮ ਟੂ ਟਾਈਮ ਨਿਕਲਦੇ ਰਹਿੰਦੇ ਨੇ, ਬਟ ਦ ਓਨਲੀ ਥਿੰਗ ਦੈਟ ਯੂ ਹੈਵ ਟੂ ਡੂ ਇਜ਼ ਕਿ ਤੁਸੀਂ ਉਹਨੂੰ ਟਾਈਮ ਟੂ ਟਾਈਮ ਚੈੱਕ ਕਰਨਾ ਹੈ ਕਿ ਕਿਹੜੀ ਸਕੋਰ ਹੈ ਜਿਹੜਾ ਉਹ ਚੱਕਿਆ ਗਿਆ ਇਸ ਵਾਰੀ, ਜਾਂ ਕਿਹੜਾ ਡਰਾ ਨਿਕਲਿਆ, ਕਿੰਨਾ ਸਕੋਰ ਇਸ ਵਾਰੀ ਜਿਹੜਾ ਡਰਾ ਦੇ ਵਿੱਚ ਆਇਆ। ਸੋ ਅਗਰ ਤੁਹਾਡਾ ਸਪੋਜ਼ ਤੁਸੀਂ ਸੋਚੋ ਕਿ ਡਰਾ ਜਿਹੜਾ ਉਹ 445 ਦਾ ਨਿਕਲਿਆ, ਤਾਂ ਉਸ ਤੋਂ ਪਹਿਲਾਂ ਜਿੰਨੇ ਵੀ ਹੋਣਗੇ ਉਹ ਸਾਰੇ ਪੂਲ ਦੇ ਵਿੱਚੋਂ ਚੱਕੇ ਜਾਣਗੇ, ਤਾਂ ਸਾਰਿਆਂ ਨੂੰ ਇਨਵੀਟੇਸ਼ਨ ਟੂ ਅਪਲਾਈ ਆ ਜਾਏਗਾ, ਜਿਹਨੂੰ ਅਸੀਂ ITA ਕਹਿੰਦੇ ਹਾਂ। ਸੋ ਦੈਟਸ ਆਲ ਫॉर ਐਕਸਪ੍ਰੈਸ ਐਂਟਰੀ ਪ੍ਰੋਗਰਾਮ। ਆਪਣੀ ਪ੍ਰੋਫਾਈਲ PR ਦੇ ਲਈ ਪਾ ਸਕਦੇ ਹਾਂ। ਤੁਸੀਂ ਅਗਰ PR ਦੇ ਲਈ ਹੋਰ ਕੁਝ ਵੀ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਇਸ ਆਥੈਂਟਿਕ ਸਾਈਟ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ। ਮੈਂ ਇਹਦਾ ਲਿੰਕ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੀ। ਔਰ ਤੁਸੀਂ ਆਪਣਾ CRS ਸਕੋਰ ਸਿਰਫ ਕੈਲਕੂਲੇਟ ਹੀ ਨਹੀਂ ਬਲਕਿ ਇਹਦੇ ਵਿੱਚੋਂ ਅਪਲਾਈ ਵੀ ਖੁਦ ਕਰ ਸਕਦੇ ਹੋ। ਤੁਹਾਨੂੰ ਕਿਸੇ ਵੀ ਏਜੰਟ ਦੇ ਕੋਲ ਜਾਣ ਦੀ ਵੀ ਜ਼ਰੂਰਤ ਨਹੀਂ ਪਏਗੀ। ਆਈ ਹੋਪ, ਮੈਂ ਉਮੀਦ ਕਰਦਾ ਕਿ ਤੁਹਾਨੂੰ ਸਾਰੀ ਚੀਜ਼ਾਂ ਮੈਮ ਨੇ ਬਹੁਤ ਅੱਛੇ ਤਰੀਕੇ ਐਕਸਪਲੇਨ ਕੀਤੀਆਂ। ਔਰ ਜਿਹੜੀ ਇਹ ਵੈਬਸਾਈਟ ਹੈ ਅਸੀਂ ਸਕਰੀਨ ਤੇ ਇਸੇ ਕਰਕੇ ਚਲਾਈ ਹੈ ਕਿ ਤੁਸੀਂ ਵੈਬਸਾਈਟ ਦਾ ਐਡਰੈਸ ਵੀ ਨੋਟ ਕਰੋ, ਔਰ ਡਿਸਕ੍ਰਿਪਸ਼ਨ 'ਚ ਵੀ ਮੈਂ ਤੁਹਾਨੂੰ ਇਹਦਾ ਲਿੰਕ ਭੇਜ ਦੇਵਾਂਗਾ। ਸਾਡੇ ਵੱਲੋਂ ਕੋਸ਼ਿਸ਼ ਸਾਨੂੰ ਇਹੀ ਹੈ, ਸਾਡਾ ਕੋਈ ਪ੍ਰੋਫਿਟੇਬਿਲਿਟੀ ਵਾਲਾ ਕੰਮ ਨਹੀਂ, ਕਿ ਤੁਹਾਨੂੰ ਅਵੇਅਰਨੈਸ ਦਿੱਤੀ ਜਾਵੇ ਕਿ ਕੋਈ ਏਜੰਟ ਜਾਂ ਕੋਈ ਇਨਸਾਨ ਤੁਹਾਨੂੰ ਦੱਸ ਰਿਹਾ ਕਿ ਇਹ ਚੀਜ਼ ਇੱਦਾਂ ਹੋ ਜੂ, ਕੈਨੇਡਾ ਦੀ PR ਇੱਦਾਂ ਮਿਲ ਜੂ। ਕੋਈ ਵੀ ਚੀਜ਼ ਇੰਨੀ ਆਸਾਨ ਨਹੀਂ ਹੈ। ਅਗਰ ਕੈਨੇਡਾ ਦੀ PR ਇੰਨੀ ਆਸਾਨ ਹੁੰਦੀ ਤਾਂ ਪੂਰਾ ਇੰਡੀਆ ਫਿਰ ਕੈਨੇਡਾ ਸ਼ਿਫਟ ਹੋਇਆ ਹੋਣਾ ਸੀਗਾ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਐਕਸਪਲੇਨ ਕਰਨ ਲਈ ਹੈਗੀ। ਫਿਰ ਵੀ ਇਹਦੇ ਬਾਵਜੂਦ ਅਗਰ ਤੁਸੀਂ ਕੋਈ ਹੈਲਪ ਚਾਹੁੰਦੇ ਹੋ ਤਾਂ ਮੈਂ ਕਮਲ ਮੈਮ ਦਾ ਨੰਬਰ ਔਰ ਈਮੇਲ ID ਨੀਚੇ ਤੁਹਾਨੂੰ ਮੈਂਸ਼ਨ ਕਰ ਦਾਂਗਾ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਨੂੰ ਮਿਲਣਾ ਚਾਹੋ ਤਾਂ ਫਿਰ ਅਪਾਇੰਟਮੈਂਟ ਲੈ ਕੇ ਮਿਲ ਸਕਦੇ ਹੋ ਤੁਸੀਂ, ਕਿਉਂਕਿ ਮੈਮ ਦਾ ਸ਼ਡਿਊਲ ਬਹੁਤ ਬਿਜ਼ੀ ਹੁੰਦਾ, ਮੈਨੂੰ ਵੀ ਹਫਤਾ ਪਹਿਲਾਂ ਅਪਾਇੰਟਮੈਂਟ ਲੈਣੀ ਪੈਂਦੀ ਹੈ ਇਹਨਾਂ ਤੋਂ। ਤੇ ਆਈ ਹੋਪ ਤੁਹਾਨੂੰ ਇਹ ਅੱਜ ਦੀ ਵੀਡੀਓ ਬਹੁਤ ਪਸੰਦ ਆਈ ਹੋਏਗੀ। ਜਿਹੜੇ ਬਾਕੀ 2 PR ਰਹਿ ਗਈਆਂ, ਕਿਉਂਕਿ ਵੀਡੀਓ ਕਾਫੀ ਲੰਬੀ ਹੋ ਚੁੱਕੀ ਹੈ ਮੇਰੇ ਖਿਆਲ ਨਾਲ, ਤੇ ਉਹ ਤੁਹਾਨੂੰ ਅਸੀਂ ਨੈਕਸਟ ਵੀਡੀਓ ਦੇ ਵਿੱਚ ਐਕਸਪਲੇਨ ਕਰਾਂਗੇ। ਤੇ ਅਗਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਪਲੀਜ਼ ਲਾਈਕ ਕਰੋ ਔਰ ਆਪਣੇ ਸਭ ਫਰੈਂਡਸ ਨਾਲ ਸ਼ੇਅਰ ਕਰੋ ਕਿ ਸਭ ਦਾ ਫਾਇਦਾ ਹੋਵੇ, ਕੋਈ ਵੀ ਬੰਦਾ ਏਜੰਟ ਦੇ ਧੱਕੇ ਨਾ ਚੜੇ।
ਔਰ ਕਮੈਂਟ ਸੈਕਸ਼ਨ 'ਚ ਜ਼ਰੂਰ ਕਮੈਂਟ ਕਰਕੇ ਇਹ ਦੱਸਣਾ ਕਿ ਤੁਹਾਨੂੰ ਇਸ PR ਦੀ ਵੀਡੀਓ ਦੇ ਵਿੱਚ ਹੋਰ ਤੁਹਾਨੂੰ ਕੀ ਇੰਪਰੂਵਮੈਂਟ ਚਾਹੀਦੀ ਹੈ, ਤੁਸੀਂ ਹੋਰ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਚਾਹੁੰਦੇ ਹੋ ਜਿਹੜੀ ਅਸੀਂ ਸ਼ੇਅਰ ਕਰਨੀ ਭੁੱਲ ਗਏ, ਬਿਕੋਜ਼ ਅਸੀਂ ਵੀ ਇਨਸਾਨ ਹਾਂ, ਕੋਈ ਰੱਬ ਤਾਂ ਹੈ ਨਹੀਂ ਗੇ। ਤੇ ਜੋ ਵੀ ਤੁਸੀਂ ਸਾਡੀ ਮਿਸਟੇਕਸ ਨੀਚੇ ਦੱਸ ਸਕਦੇ ਹੋ, ਔਰ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਨਾ। ਔਰ ਆਪ ਸਭ ਦਾ ਆਪਣਾ ਕੀਮਤੀ ਸਮਾਂ ਦੇਣ ਲਈ ਥੈਂਕ ਯੂ। ਆਪ ਜੀ ਨੂੰ ਸਭ ਨੂੰ ਵਾਹਿਗੁਰੂ ਖੁਸ਼ ਰੱਖੇ। ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ, ਟੇਕ ਕੇਅਰ।